Hello everyone, this is Sakshi from Malerkotla. I welcome you all on मेहनती बच्चे. I hope थोड़ी preparation बहुत ही ਵਧੀਆ ਚੱਲ ਰਹੀ ਹੋਊਗੀ. ਚਾਹੇ ਤੁਸੀਂ PSPCL ਦੀ ਤਿਆਰੀ ਕਰ ਰਹੇ ਹੋ, ਚਾਹੇ SSC ਦੀ ਤਿਆਰੀ ਕਰ ਰਹੇ ਹੋ, ਚਾਹੇ ਚੰਡੀਗੜ੍ਹ ਐਡਮਿਨਿਸਟ੍ਰੇਟਿਵ ਕਲਰਕ ਦੀ ਕਰ ਰਹੇ ਹੋ, ਚਾਹੇ ਕੋਈ ਵੀ ਐਗਜ਼ਾਮ ਦੀ ਕਰ ਰਹੇ ਹੋ. ਸੋ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇੰਗਲਿਸ਼ ਦਾ ਇੱਕ ਕਾਫੀ ਇੰਪੋਰਟੈਂਟ ਟੌਪਿਕ ਈਡੀਅਮਸ ਡਿਸਕਸ ਕਰਾਂਗੇ. ਓਕੇ, ਇਹ ਬੇਸਿਕਲੀ ਤੁਹਾਡੇ ਲਈ ਮੌਕ ਟੈਸਟ 1 ਹੈ. ਇਸ ਟੈਸਟ ਦੇ ਵਿੱਚ ਈਡੀਅਮਸ ਟੌਪਿਕ ਦੇ ਉੱਪਰ ਤੁਹਾਨੂੰ 20 ਕੁਐਸਚਨਸ ਮਿਲਣਗੇ. ਓਕੇ, ਸੋ 1 ਬਾय 1 ਉਹ ਕੁਐਸਚਨ ਤੁਹਾਨੂੰ ਸ਼ੋ ਕੀਤੇ ਜਾਣਗੇ. ਸੋ ਤੁਸੀਂ ਪਹਿਲਾਂ ਉਹਨਾਂ ਨੂੰ ਦੇਖਣਾ ਹੈ, ਉਹ ਤੋਂ ਬਾਅਦ ਖੁਦ ਸੋਲਵ ਕਰਕੇ ਜੋ ਵੀ ਤੁਹਾਨੂੰ ਆਨਸਰ ਠੀਕ ਲੱਗਦਾ ਉਹ ਤੋਂ ਬਾਅਦ ਸੋਲਿਊਸ਼ਨਸ ਚੈੱਕ ਕਰਿਓ. ਓਕੇ, ਹੁਣ ਇਹਦਾ ਫਾਇਦਾ ਕੀ ਹੋਊਗਾ? ਇੱਕ ਤਾਂ ਈਡੀਅਮਸ ਜਿਹੜਾ ਟੌਪਿਕ ਹੈ, ਜਿਵੇਂ PSPCL ਦਾ ਐਗਜ਼ਾਮ ਹੈ ਉਹਦੇ ਵਿੱਚ ਵੀ ਟੌਪਿਕ ਆਉਣਾ ਹੈ, ਚੰਡੀਗੜ੍ਹ ਐਡਮਿਨਿਸਟ੍ਰੇਟਿਵ ਕਲਰਕ ਦਾ ਐਗਜ਼ਾਮ ਹੈ ਉਹਦੇ ਵਿੱਚ ਵੀ ਆਉਣਾ ਹੈ. ਓਕੇ, ਸੋ ਇੱਕ ਤਾਂ ਤੁਹਾਡਾ ਟੌਪਿਕ ਕਵਰ ਹੋ ਜੂ, ਨਾਲ ਤੁਹਾਡੀ ਵਧੀਆ ਤਰੀਕੇ ਨਾਲ ਪ੍ਰੈਕਟਿਸ ਹੋ ਜੂਗੀ. ਜਿਹੜੇ ਵੀ ਤੁਹਾਨੂੰ ਡਾਊਟਸ ਰਹਿੰਦੇ ਆ ਉਹ ਵੀ ਕਵਰ ਹੋ ਜਾਣਗੇ, ਅਤੇ ਜਿਹੜੇ ਵੀ ਇਹਦੇ ਵਿੱਚ ਆਪਾਂ ਕੁਐਸਚਨਸ ਕਵਰ ਕਰ ਰਹੇ ਹਾਂ ਉਹ ਸਾਰੇ ਇੰਪੋਰਟੈਂਟ ਕੁਐਸਚਨਸ ਆ, ਉਹਨਾਂ ਦੇ ਆਉਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈ. ਓਕੇ, ਸੋ ਉਹਨਾਂ ਨੂੰ ਅੱਛੇ ਤਰੀਕੇ ਨਾਲ ਜ਼ਰੂਰ ਸੋਲਵ ਕਰਿਓ. ਸੋ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੂਗੀ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ, ਅਤੇ ਜਿੰਨਾ ਵੀ ਤੁਹਾਡਾ ਸਕੋਰ ਆਊਗਾ ਉਹਨੂੰ ਵੀ ਕਮੈਂਟ ਕਰਿਓ. ਓਕੇ, ਅਤੇ ਉਸ ਤੋਂ ਇਲਾਵਾ ਚੈਨਲ ਦੇ ਉੱਪਰ ਤੁਹਾਨੂੰ ਕਾਫੀ ਸਾਰੀ ਪਲੇਲਿਸਟ ਮਿਲ ਜਾਣਗੀਆਂ ਅਲੱਗ-ਅਲੱਗ ਸਬਜੈਕਟਸ ਦੇ ਉੱਪਰ, ਲਾਈਕ ਰੀਜ਼ਨਿੰਗ, ਇੰਗਲਿਸ਼ ਦੇ ਉੱਪਰ ਵੀ ਤੁਹਾਨੂੰ ਕਾਫੀ ਵੀਡੀਓਜ਼ ਮਿਲ ਜਾਣਗੇ. ਉਸ ਤੋਂ ਬਾਅਦ ਵੋਕੈਬਲਰੀ ਦੇ ਉੱਪਰ ਵੀ ਵੀਡੀਓਜ਼ ਅਵੇਲੇਬਲ ਹੈ. ਦੈਨ ਮੈਥਸ, ਸਪੋਰਟਸ, ਸਟੈਟਿਕ, GK, ਚੰਡੀਗੜ੍ਹ ਐਡਮਿਨਿਸਟ੍ਰੇਟਿਵ ਕਲਰਕ ਜਾਂ ਸਟੀਨੋਟਾਈਪਿਸ ਐਗਜ਼ਾਮ ਲਈ, ਜਾਂ ਫਿਰ PSPCL LDC ਜਾਂ ਸਟੀਨੋਟਾਈਪਿਸ ਐਗਜ਼ਾਮ ਦੇ ਲਈ ਕੋਰਸ ਵੀ ਮਿਲ ਜੂ. ਉਸ ਤੋਂ ਇਲਾਵਾ ਕੰਪਿਊਟਰ ਫੰਡਾਮੈਂਟਲਸ ਦੇ ਉੱਪਰ ਵੀਡੀਓਜ਼ ਵੀ ਮਿਲ ਜਾਣਗੀਆਂ. ਅਤੇ ਜਿਹੜਾ ਵੀ ਸਟੂਡੈਂਟ PSPCL LDC ਜਾਂ ਸਟੀਨੋਟਾਈਪਿਸ ਲਈ ਟੈਸਟ ਸੀਰੀਜ਼ ਬਾਏ ਕਰਨਾ ਚਾਹੁੰਦਾ, ਇੱਥੇ ਤੁਹਾਨੂੰ ਆਹ ਨੰਬਰ ਦਿੱਤਾ ਹੋਇਆ 8054070091. ਤੁਸੀਂ ਇਹਦੇ ਉੱਪਰ WhatsApp ਕਰ ਸਕਦੇ ਹੋ ਅਤੇ ਤੁਹਾਨੂੰ ਸਾਰੀ ਡਿਟੇਲ ਸੈਂਡ ਕਰ ਦਿੱਤੀਆਂ ਜਾਣਗੀਆਂ. ਓਕੇ, ਸੋ ਫਰਦਰ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ. ਅਗਰ ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ. ਸੋ ਆਰ ਯੂ ਰੈਡੀ? ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ. ਸਭ ਤੋਂ ਪਹਿਲਾ ਕੁਐਸਚਨ ਹੈ, ਹੀ ਟਾਕਡ ਓਵਰ ਦ ਮੈਟਰ ਫॉर ਐਨ ਆਰ ਬਟ ਵਿਦਾਊਟ ਐਨੀ ਰਿਜ਼ਲਟ. ਓਕੇ, ਸੋ ਇਹਦੇ ਵਿੱਚ ਤੁਸੀਂ ABCD ਲਿਖ ਲਿਓ ਜਿਹੜਾ ਵੀ ਤੁਹਾਨੂੰ ਆਨਸਰ ਲੱਗਦਾ. ਸੈਕਿੰਡ ਹੈ, ਓਵਰ ਐਗ ਦ ਪੁਡਿੰਗ. ਓਕੇ, ਦੈਨ ਥਰਡ ਇਜ਼ ਐਟ ਲੂਜ਼ ਐਂਡਸ. फोर्थ is smell a rat. Fifth is make one's mark. Sixth, mare's nest. Seventh, feather in one's cap. 8, a man of letters. 9, under a cloud. 10, grease the palm. 11, turn turtle. 12, every dark cloud has a silver lining. ਇਹ ਵਾਲੇ ਈਡੀਅਮ ਦਾ ਆਪਣੀ ਲਾਈਫ 'ਚ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਹੈ. ਵੈਸੇ ਜਦੋਂ ਆਪਾਂ ਡਿਸਕਸ ਕਰਾਂਗੇ ਉਦੋਂ ਦੱਸੂਗੀ. ਦੈਨ ਵੀਲ ਐਂਡ ਵੋ, ਦੈਨ ਬਲੋ ਵਨ ਓਨ ਟਰੰਪਟ, ਦੈਨ ਈਵਨਿੰਗ ਆਫ ਲਾਈਫ, ਦੈਨ ਵਾਈਲਡ ਗੂਸ ਚੇਸ, ਦੈਨ ਲੀਪਸ ਐਂਡ ਬਾਉਂਡਸ, ਦੈਨ ਵੈਟ ਬਿਹਾਈਂਡ ਦ ਈਅਰਸ, ਦੈਨ ਟੂ ਬਰੀ ਦ ਹੈਚਟ, ਦੈਨ ਮੇਡ ਇਨ ਸਪੀਚ. ਓਕੇ, ਸੋ ਇਹ 20 ਕੁਐਸਚਨਸ ਹੈ. ਤੁਸੀਂ ਪੌਜ਼ ਕਰਕੇ ਵੀਡੀਓ ਨੂੰ ਦੇਖ ਲਿਓ ਅਗਰ ਤੁਹਾਡਾ ਕੋਈ ਵੀ ਕੁਐਸਚਨ ਛੁੱਟ ਗਿਆ ਹੋਵੇ. ਸੋ ਹੁਣ ਇੱਕ ਇੱਕ ਕਰਕੇ ਆਪਾਂ ਕੁਐਸਚਨਸ ਨੂੰ ਡਿਸਕਸ ਕਰਦੇ ਹਾਂ. ਓਕੇ, ਆਈ ਹੋਪ ਤੁਹਾਨੇ ਸੋਲਵ ਕਰ ਲਏ ਹੋਣੇ ਆ ਸਾਰੇ ਕੁਐਸਚਨਸ. ਸੋ ਸਭ ਤੋਂ ਪਹਿਲਾ ਕੁਐਸਚਨ ਹੈ, ਹੀ ਟਾਕਡ ਓਵਰ ਦ ਮੈਟਰ ਫॉर ਐਨ ਆਰ ਬਟ ਵਿਦਾਊਟ ਐਨੀ ਰਿਜ਼ਲਟ. ਹੁਣ ਇਹਦੇ ਵਿੱਚ ਈਡੀਅਮ ਕੀ ਹੈ? ਟਾਕਡ ਓਵਰ. ਸੋ ਟਾਕਡ ਓਵਰ ਦਾ ਮਤਲਬ ਕੀ ਹੋ ਸਕਦਾ? ਅਗਰ ਸਪੋਜ਼ ਕਰੋ ਤੁਹਾਨੂੰ ਇਹਦਾ ਆਨਸਰ ਨਹੀਂ ਪਤਾ ਕਿ ਕੀ ਹੋ ਸਕਦਾ, ਠੀਕ ਹੈ. ਹੁਣ ਤੁਸੀਂ ਆਪਸ਼ਨਸ ਪੜ੍ਹੋ, ਅਸੈਸਡ, fought about, discussed ਜਾਂ surveyed. he talked over the matter. ਉਹਨੇ ਉਸ ਮੈਟਰ ਦੇ ਉੱਪਰ 1 ਘੰਟਾ ਗੱਲ ਕੀਤੀ ਬਟ ਕੋਈ ਰਿਜ਼ਲਟ ਨਹੀਂ ਨਿਕਲਿਆ, ਠੀਕ ਹੈ. ਗੱਲ ਕੀਤੀ ਮਤਲਬ ਕੀ ਹੋਇਆ ਕਿ ਉਹਨੇ ਉਹ ਟੌਪਿਕ ਨੂੰ ਮੇਰੇ ਨਾਲ 1 ਘੰਟਾ ਡਿਸਕਸ ਕੀਤਾ, ਠੀਕ ਹੈ. ਸੋ ਅਗਰ ਤੁਹਾਨੂੰ ਈਡੀਅਮ ਦਾ ਮਤਲਬ ਨਹੀਂ ਵੀ ਪਤਾ ਨਾ ਤਾਂ ਵੀ ਤੁਸੀਂ ਇਹਦਾ ਆਨਸਰ ਲਿਖ ਕੇ ਆ ਸਕਦੇ ਹੋ ਕਿ ਟਾਕਡ ਓਵਰ ਦਾ ਮਤਲਬ ਕੀ ਹੁੰਦਾ ਹੈ? ਡਿਸਕਸ ਕਰਨਾ. ਸੋ ਇਹਦਾ ਆਨਸਰ ਕੀ ਆਊਗਾ? C. ਓਕੇ, ਦੈਨ ਨੈਕਸਟ ਹੈ, ਓਵਰ ਐਗ ਦ ਪੁਡਿੰਗ. ਹੁਣ ਸਪੋਜ਼ ਇਹਦਾ ਵੀ ਤੁਹਾਨੂੰ ਮੀਨਿੰਗ ਨਹੀਂ ਪਤਾ, ਓਵਰ ਐਗ ਦ ਪੁਡਿੰਗ ਦਾ. ਓਕੇ, ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਸ਼ਨ ਰੀਡ ਕਰਦੇ ਹਾਂ, ਐਡ ਅਨਨੈਸੈਸਰੀ ਡਿਟੇਲਸ ਟੂ ਮੇਕ ਸਮਥਿੰਗ ਸੀਮ ਬੈਟਰ ਔਰ ਵਰਸ, ਦੈਨ ਫਿਲ ਦ ਪੁਡਿੰਗ ਐਕਸੈਸਿਵਲੀ ਵਿਦ ਐਗ, then add details in order to make something more exciting, then add important details to the content of a story. ਹੁਣ ਦੇਖੋ, ਓਵਰ ਐਗ ਦ ਪੁਡਿੰਗ. ਹੁਣ ਜਦੋਂ ਆਪਾਂ ਓਵਰ ਵਰਡ ਪੜ੍ਹਿਆ ਮਤਲਬ ਆਪਾਂ ਨੂੰ ਕੁਝ ਐਵੇਂ ਡਾਊਟ ਹੋ ਰਿਹਾ ਹੈ ਕਿ ਕੋਈ ਚੀਜ਼ ਨੂੰ ਓਵਰ ਹੀ ਕਰਤਾ, ਠੀਕ ਹੈ, ਵੀ ਵਿਗਾੜ ਹੀ ਦਿੱਤਾ ਹੋਊਗਾ. ਸਭ ਇਹਦਾ ਮਤਲਬ ਐਵੇਂ ਹੋ ਸਕਦਾ ਹੈ ਕਿ ਕਿਸੇ ਚੀਜ਼ ਨੂੰ ਵਿਗਾੜ ਦੇਣਾ,
ओवर करके, ठीक है। सो ये जो ऑप्शन बी है फिल द पुडिंग एक्सैसिवली विद एग, ये तो हो ही नहीं सकता बिकॉज इतने आप ईडियम्स की गल कर रहे हैं, कोई ना कोई मीनिंग तो निकलूगा। उस तो बाद नैक्सट है एड डिटेल्स इन ऑर्डर टू मेक समथिंग मोर एक्साइटिंग। अगर एक्साइटिंग हुंदा तो ओवर वर्ड का शायद आप यूज़ ना करते, ठीक है। सो ये वाले भी हले आप कट करते हैं। उस तो बाद नैक्सट है एड इंपॉर्टेंट डिटेल्स टू द कंटेंट ऑफ स्टोरी। ये चीज़ भी नहीं ज़्यादा वो लग रही ठीक, ठीक है, कि इंपॉर्टेंट डिटेल्स या फिर होंदा कि एवं कोई अननैसैसरी डिटेल्स ऐड करना फिर तो आप मान सकते सी, बट इंपॉर्टेंट डिटेल्स का लग नहीं रहा, ठीक है, कि कोई काम की चीज़ ही लग रही है इंपॉर्टेंट डिटेल्स वर्ड तो। सो अपने को ऑप्शन केड़ा बचा ए, ओवर एग द पुडिंग का मतलब की होंदा है अननैसैसरी डिटेल्स किसी चीज़ के ऐड करना उन्होंने होर बैटर या वर्स बनाने के लिए। ओके, सो आंसर क्या होगा ए। ओके, बेसिकली ये चीज़ बैटर तो की बननी है, उन्होंने बैटर दिखाने के चक्कर दे विच बेसिकली चीज़ नूं होर बिगाड़ देना, ठीक है। यही मतलब होंदा कि पुडिंग है, पुडिंग के उपर अगर तुसी एग पाई आऊँगे तो अगर तुसी डेकोरेशन लिए पाओगे वो वैसे तो ठीक लगूगी, अगर बट अगर तुसी ज़्यादा पा दोगे तो वो चीज़ खराब लगन लग जूगी, ठीक है। सो मतलब की है कि उन्होंने ज़्यादा बैटर बनाने के चक्कर चीज़ नूं उल्टा बिगाड़ देना। ओके, सो नैक्सट अपने को ईडियम है एट लूज एंड्स, ठीक है। हुण जिहड़ा ये ईडियम है यदा मतलब की हुंदा है कि तुसी बहुत ज़्यादा अनसर्टन कंडीशन चों, अनसर्टन सिचुएशन चों, ठीक है, बिकॉज कुछ ऐसा हो गया जिदे करके तुहानूं पता ही नहीं है कि हुण तुसी अगे की करो। सो जदों ये चीज़ नूं डिफाइन करना होवे उदों आपां ईडियम यूज़ करते हैं एट लूज एंड्स। ओके, सो नैक्सट अपने को ईडियम है स्मैल अ रैट। सपोज थोनू ए वाले ईडियम का मतलब नहीं पता तो सब तो पहले ऑप्शंस पढ़ो। सस्पैक्ट समथिंग रॉन्ग, ये चीज़ हो सकती है, ठीक है। नैक्सट स्मैल अ बर्न रैट, स्मैल अ रोटन रैट, स्मैल समथिंग राइट। ये तीनों ऑप्शंस तो पढ़ के पता लग रहा है कि यदा मतलब ये नहीं हो सकता। ओके, सो आंसर केड़ा होगा ए। जिवें आपां कहने ना कि दाल च कुछ काला लगना, वही चीज़ बन गई। स्मैल अ रैट मीनस लगना कि कोई ना कोई चीज़ तो पक्का रॉन्ग ही है। इतने मैं तुहानूं सेंटेंस दस दी है। ओके, सेंटेंस है वैन ही मेड दैट ऑफर आई स्मैल अ रैट, कि जदों ने मैनू वो ऑफर दिता तो मैनू लग्या कि कुछ ना कुछ गलत है। इट साउंडिड टू गुड टू बी ट्रू, क्योंकि वो जो ऑफर सी वो बहुत ही सुनन दे विच बहुत ही वधिया लग रहा सी, भी ऐ तो हो नहीं सकता इन्ना वधिया ऑफर, तो पक्का कोई ना कोई उहदे विच गड़बड़ है, ठीक है। सो नैक्सट अपने को ईडियम है मेक वंस मार्क, अपनी पहचान बनाना, ठीक है, मेक वंस मार्क। सो ये की हो सकता है डिस्टिंग्विश वन सेल्फ, स्कोर हाई मार्क्स, हाईलाइट समथिंग इन अ पेज या रिवील समथिंग। स्कोर हाई मार्क्स का कोई सेंस ही नहीं बनती, देन हाईलाइट समथिंग इन पेज ये भी नहीं, ठीक है। मेक वंस मार्क, सो मार्क बनाना कोई एवं सोच के करके आ सकता है, बट ये चीज़ गलत है। देन रिवील समथिंग ये भी नहीं हो सकता, तो आंसर क्या होगा ए, दैट इज डिस्टिंग्विश वन सेल्फ। ओके, सो मेक वंस मार्क का मतलब क्या होता है कि अपनी पहचान बनाना, ठीक है, फेमस होना, सक्सैसफुल होना किसी पर्टिकुलर एरिया दे विच अपने आप नूं अलग दिखाना। और तो बाद नैक्सट है मेयर्स नैस्ट। मेयर्स नैस्ट ते अगर आप ऑप्शंस पढ़िए फिनोमिनल डिस्कवरी, वर्थलैस थिंग, जॉयफुल इवेंट, ह्यूज मिस्टेक। मेयर्स नैस्ट, ठीक है। सो मेयर्स नैस्ट का की मतलब होंदा है, मेयर्स नैस्ट का ईडियम जिहड़ा है वो उदों यूज़ किया जाता जो आपने दसना हो कि कोई सपोज डिस्कवरी की गई है, देखने च लग रहा है कि बहुत ही वधिया है, ये बहुत ज़्यादा फायदे होंगे, बट एक्चुअल दे विच जो वो चीज़ का यूज़ किया गया तो पता लगता है कि यह तो बिल्कुल ही यूजलैस है, ठीक है। सो मेयर्स नैस्ट का मतलब क्या होंदा है बी, दैट इज़ अ वर्थलैस थिंग, ठीक है। अ डिस्कवरी दैट सीम्स इंटरस्टिंग बट इज़ फाउंड टू हैव नो वैल्यू। कोई ऐसी चीज़ पहला जी लगे कि बहुत ज़्यादा है तो कम दी होगी, बट जो आपको यूज़ करके देखा एक्चुअल दे विच देखा तो कोई कम दी नहीं हैगी। सो उस चीज़ को डिफाइन करने के लिए ईडियम यूज़ किया जाता है मेयर्स नैस्ट। ओके, सो नैक्सट अपने को ईडियम है फैदर इन वंस कैप। कैप दे विच एक होर फैदर लग जाना, ठीक है। अगर आप उंज समझने की कोशिश करिए तो फैदर्स इन वन नैस्ट का मतलब क्या होंदा है कि जदों कोई अपॉर्चुनिटी अपने हाथ च होर आ जाए। ओके, सो ये ऑप्शंस देखो डिस्क्रिमिनेशन, अ न्यू एंड एडिशनल डिस्टिंक्शन, हंटिंग या बर्ड वॉचिंग। बर्ड वॉचिंग तो हो नहीं सकता, फैदर नाल कई लोग बर्ड नाल कनैक्ट कराएंगे, फैदर है क्योंकि क्वेश्चन दे विच, बट ये गलत है। दैन हंटिंग भी नहीं हो सकता, डिस्क्रिमिनेशन भी नहीं हो सकता। फैदर इन वंस कैप का मतलब क्या होंदा अ न्यू एंड एडिशनल डिस्टिंक्शन। ओके,
कई बार ਇਹਦਾ मीनिंग ਇਹ भी ਦਿੱਤਾ ਹੁੰਦਾ है कि ਤੁਹਾਨੂੰ कोई ना कोई अचीवमेंट मिलनी, न्यू अपॉर्चुनिटी ऐड होनी। ओके, सो ऐसे ऑप्शंस का भी ध्यान रखियो। सो इस केस दे विच ਇਹਦਾ आंसर क्या होगा? बी। ओके, नैक्सट अपने को ईडियम है अ मैन ऑफ लैटर्स। अ मैन ऑफ लैटर्स, लैटर राइटर गलत, प्रूफ रीडर नहीं, पोस्टमैन नहीं, कई इनू भी करांगे टिक, ठीक है, बट ये ईडियम्स की गल कर रहे हैं आप इत्थे, ठीक है। ਇਹਦਾ अपना कोई ना कोई मीनिंग जरूर ਹੁੰਦਾ है। अ मैन ऑफ लैटर्स का मतलब की ਹੁੰਦਾ है डी, दैट इज स्कॉलर। सो मैन ऑफ लैटर्स ਜਿਹੜਾ ईडियम है वो किसी ऐसे परसन ਦੇ ਲਈ यूज ਕੀਤਾ ਜਾਂਦਾ ਹੈ ਜਿਹਨੂੰ बहुत ज़्यादा नॉलेज ਹੋਵੇ। ओके, स्कॉलर। सो नैक्सट अपने को ईडियम है अंडर अ क्लाउड। देखो ईडियम का मतलब समझो, ऑप्शनस दे विच तुहानूं कुछ भी दिता हो सकता है, एवें नहीं हैगा भी ਜਿਹੜੇ 4 ऑप्शनस तुहानूं इत्थे शो हो रहे हैं पेपर च भी यही आन, कुछ भी आ सकते हैं ना। मेन ईडियम का तुहानूं मतलब पता होना चाहिए कि ਇਹਦਾ मतलब की बनता है। ओके, सो अंडर अ क्लाउड, अंडर अ क्लाउड का मतलब की है शॉक्ड, अंडर सस्पिशन, सिक या कन्फ्यूज्ड। कन्फ्यूज्ड भी नहीं हो सकता, सिक भी नहीं हो सकता, शॉक्ड भी नहीं। अंडर अ क्लाउड का मतलब की होंदा है कि कोई ट्रबल वाली कंडीशन च होना, दुखी होना किसी चीज़ नूं लैके, या फिर ये वाले ईडियम का यूज़ उदों भी किया जाता है जो आपां ने दसना होवे कि किसी ते शक है, ठीक है, कि कोई परसन है वो अंडर अ क्लाउड है, मीनस वो शक है किसी गल नूं लैके। ओके, सो इनू सैड दे फॉर्म च भी आप यूज़ कर सकते हैं कि वो उपर ट्रबल आई हुई है, या फिर जो किसी ते शक बारे दसना होवे उदों भी यूज़ कर सकते हैं। सो आंसर क्या होगा? बी, दैट इज़ अंडर सस्पिशन। या फिर इन ट्रबल भी लिखा हो सकता है, तो भी अंडर अ क्लाउड का मतलब फिर की आंदा इन ट्रबल। ओके, नैक्सट अपने को ईडियम है ग्रीस द पाम। ये वाला तो सबनों आना चाहिए, किसी का गलत नहीं होना चाहिए। ग्रीस द पाम का मतलब की है? डर्टी वंस हैंड की ग्रीस गिर गई, हाथ गंदे हो गए, नहीं ना, ये तो नहीं आऊगा। और तो बाद वर्क इन अ गैराज, ये भी नहीं आऊगा कि गैराज कोई बंदा काम करता इसलिए वो हत्थों से ग्रीस लग जाती है, नहीं। और तो बाद स्लिप एंड फॉल नहीं, की आऊगा? ब्राइब, किसी को रिश्वत देनी, ठीक है। ग्रीस द पाम मतलब की होंदा है? रिश्वत देनी, ब्राइब समवन, टू ब्राइब समवन। और तो बाद नैक्सट है टर्न टर्टल। टर्न टर्टल मतलब की है? स्लो लाइक अ टर्टल। जदों ਉਹੀ मतलब मीनिंग आ जाए ना सेंटेंस ਦੇ ਵਿੱਚ कि जिमें टर्टल ਨੂੰ ਲੈ ਕੇ कोई ईडियम है तो टर्टल ਦੇ ਉੱਪਰ ही कोई गल कर रहे हैं ऑप्शंस ਦੇ ਵਿੱਚ, ਉਹ ਤਾਂ गलत ही होगा, ठीक है। ਹੁਣ ਜਿਵੇਂ ग्रीस ਦਾ पाम वाला किता, पहला की सी कि किसी के हथ गंदे हो गए, दूसरा सी कि वो गैराज वर्क करता है, ये चीज़ां तो बिल्कुल ही गलत ने, उन्होंने तो सीधा ही तुसी रिजैक्ट कर दिया करो ऑप्शंस नू। ओके, क्योंकि अगर ईडियम है तो कोई ना कोई मीनिंग तो निकलता ही होगा। सो देखो टर्न टर्टल, टर्न टर्टल की है? स्लो लाइक अ टर्टल नहीं, टर्न लाइक अ टर्टल बिल्कुल नहीं, अ गेम टर्टल्स प्ले नहीं। हुण टर्टल वर्ड आप कट के ही तीनों ऑप्शंस नू कटता, तो ये आंसर केड़ा बचा? सी, दैट इज ओवर टर्न, ठीक है। सो टर्न टर्टल का मतलब की होंदा है कि किसी चीज़ का उल्ट जाना। ओके, सो यदा मैं सेंटेंस भी थोड़ा एक दस देनी है ताकि थोड़ा कोई प्रॉब्लम ना हो। एग्जाम्पल है द कार टर्नड टर्टल on the highway when the storm got too strong। ओके, जो बहुत ज़्यादा स्ट्रॉम आया तो जी कार है वो हाईवे के उपर पलट गई, ओवरटर्न कर गई। ओके, सो इत्थे ठीक कर देनी मैं थोड़ा जिहा स्पैलिंग, हाईवे। ओके, सो नैक्सट ईडियम है एवरी डार्क क्लाउड हैज़ अ सिल्वर लाइनिंग। हुण इहदा मतलब की होया, इत्थे डार्क क्लाउड्स की गल किनों की गई है? बैड डेज नू। ओके, कि अगर अज थोड़ा डिफिकल्ट टाइम चल रहा है, थोड़े बुरे दिन चल रहे हैं, तो वो भी किते ना किते इंडिकेशन है कि थोड़े अच्छे दिन आने वाले हैं। ओके, हुण स्टूडेंट लाइफ दे विच भी आप एग्जाम्स दिने रहने हैं, मेहनत करते रहने हैं, बहुत फेलियर्स कई बार झेलने पैंदे हैं, ठीक है, नहीं कोई एग्जाम क्रैक हुंदा तो आप निराश होकर बैठ जाने हैं, तो एक्चुअल दे विच अपने बैड डेज चल रहे हैं। बट यही एक पासे अगर एक परसन निराश होकर बैठ के अगे नहीं मेहनत कर रहा तो उत्थे ही वो अपने आप को स्टॉप कर दूगा, ठीक है, वो अगे ट्राई करने की कोशिश नहीं करूगा। सो उन्हें कोशिश करनी छड्डती, मतलब वो लिए सब कुछ खत्म। बट वो ओपोजिट अगर कोई ऐसा परसन है जिहड़ा कहंदा कोई गल नहीं, फेल हो गए तो की हो गया, होर मेहनत करांगे, नैक्सट एग्जाम दे विच अगला एग्जाम तक क्रैक करके ही छड्डांगे, ठीक है। तो जिहड़ी उन्हें पहला मेहनत की किते ना किते जो नैक्सट एग्जाम दूगा वो मेहनत जिहड़ी है वो कम वो आऊगी। सो एवरी डार्क क्लाउड हैज़ अ सिल्वर लाइनिंग का मतलब क्या है कि अगर थोड़े अज बैड डेज भी ने ना तो वह भी किते ना किते इंडिकेशन है कि थोड़े
ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਦਿਨ ਆਉਣਗੇ ਹੀ ਆਉਣਗੇ, ਇਸ ਲਈ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਨਿਰਾਸ਼ ਨਹੀਂ ਹੋਣਾ ਚਾਹੀਦਾ। ਓਕੇ, ਸੋ ਹਮੇਸ਼ਾ ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਸੋ ਐਵਰੀ ਡਾਰਕ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ ਦਾ ਮਤਲਬ ਕੀ ਹੈ? ਬੀ, ਦੈਟ ਇਜ਼ ਐਵਰੀ ਅਨਪਲੈਜ਼ੈਂਟ ਸਿਚੁਏਸ਼ਨ ਹੈਜ਼ ਅ ਪੋਜ਼ੀਟਿਵ ਸਾਈਡ। ਕਈ ਵਾਰ ਦੇਖੋ ਕੀ ਹੁੰਦਾ, ਆਪਾਂ ਐਗਜ਼ਾਮਸ ਦਿੰਦੇ ਰਹਿੰਦੇ ਹਾਂ, ਆਪਣਾ ਕੋਈ ਐਗਜ਼ਾਮ ਕਰੈਕ ਨਹੀਂ ਹੁੰਦਾ, ਤਾਂ ਅਗਰ ਉਹ ਐਗਜ਼ਾਮ ਕਰੈਕ ਨਹੀਂ ਹੁੰਦਾ ਤਾਂ ਹੋ ਸਕਦਾ ਅੱਗੇ ਜਾ ਕੇ ਕੋਈ ਹੋਰ ਅੱਛੇ ਲੈਵਲ ਦਾ ਐਗਜ਼ਾਮ ਕਰੈਕ ਹੋ ਜੇ। ਠੀਕ ਹੈ, ਸੋ ਨਿਰਾਸ਼ ਹੋਣਾ ਛੱਡ ਦਿਓ। ਐਵੇਂ ਸੋਚਿਆ ਕਰੋ ਕਿ ਜੋ ਹੋ ਰਿਹਾ ਵਧੀਆ ਲਈ ਹੋ ਰਿਹਾ, ਬਸ ਮੈਂ ਆਪਣੇ ਵੱਲੋਂ ਹਿੰਮਤ ਨਹੀਂ ਹਾਰਨੀ, ਆਪਣੇ ਵੱਲੋਂ ਆਪਣਾ ਹਾਰਡ ਵਰਕ ਜਾਰੀ ਰੱਖਣਾ। ਓਕੇ, ਸੋ ਨੈਕਸਟ ਹੈ ਵੀਲ ਐਂਡ ਵੋ। ਵੀਲ ਐਂਡ ਵੋ ਦਾ ਮਤਲਬ ਕੀ ਹੁੰਦਾ ਹੈ? ਗੁੱਡ ਟਾਈਮ, ਬੈਡ ਟਾਈਮ। ਓਕੇ, ਸੋ ਵੀਲ ਐਂਡ ਵੋ ਦਾ ਮਤਲਬ ਕੀ ਹੋਊਗਾ? ਫਰੈਂਡਸ ਐਂਡ ਐਨੀਮੀਜ਼ ਨਹੀਂ, ਬੀ ਇਨ ਡੇਂਜਰ, ਐਡਵਰਸਿਟੀ, ਜਾਂ ਡੀ ਗੁੱਡ ਟਾਈਮਸ ਐਂਡ ਬੈਡ ਟਾਈਮਸ। ਇਹਨੂੰ ਯਾਦ ਹੀ ਰੱਖ ਲਿਓ, ਵੀਲ ਐਂਡ ਵੋ ਦਾ ਮਤਲਬ ਕੀ ਹੁੰਦਾ? ਗੁੱਡ ਟਾਈਮਸ ਐਂਡ ਬੈਡ ਟਾਈਮਸ। ਆਪਾਂ ਕਹਿੰਦੇ ਨਾ ਕਿ ਸੱਚਾ ਦੋਸਤ ਉਹੀ ਹੁੰਦਾ ਜੋ ਬੁਰੇ ਤੇ ਅੱਛੇ ਦੋਨੋਂ ਸਮੇਂ ਦੇ ਵਿੱਚ ਤੁਹਾਡਾ ਸਾਥ ਦੇਵੇ। ਓਕੇ, ਸੋ ਨੈਕਸਟ ਈਡੀਅਮ ਹੈ ਬਲੋ ਵਨਸ ਔਨ ਟਰੰਪਟ। ਇਹਦਾ ਮਤਲਬ ਕੀ ਹੈ? ਕਿ ਆਪਣੇ ਹੀ ਗੁਣ ਗਾਈ ਆਣਾ। ਓਕੇ, ਸੋ ਜਿਹੜਾ ਈਡੀਅਮ ਹੈ ਬਲੋ ਵਨਸ ਔਨ ਟਰੰਪਟ, ਉਦੋਂ ਯੂਜ਼ ਕੀਤਾ ਜਾਂਦਾ ਹੈ ਕਿਸੇ ਐਸੇ ਪਰਸਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਜਿਹਨੂੰ ਸ਼ੇਖੀਆਂ ਮਾਰਨ ਦੀ ਬਹੁਤ ਆਦਤ ਹੋਵੇ। ਠੀਕ ਹੈ, ਇਨ ਸ਼ਾਰਟ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੋਈ ਪਰਸਨ ਹੈ ਉਹ ਹਮੇਸ਼ਾ ਆਪਣੇ ਗੁਣਗਾਨ ਕਰਦਾ ਰਹਿੰਦਾ, ਮੈਂ ਐਵੇਂ ਕੀਤਾ, ਮੈਂ ਐਵੇਂ ਕੀਤਾ, ਆਪਣੀ ਸ਼ੇਖੀਆਂ ਮਾਰੀ ਜਾਂਦਾ ਹੈ। ਠੀਕ ਹੈ, ਉਹ ਪਰਸਨ ਦੇ ਲਈ ਇਹ ਈਡੀਅਮ ਯੂਜ਼ ਕੀਤਾ ਜਾਂਦਾ ਹੈ। ਸੋ ਇਹਦਾ ਆਨਸਰ ਕੀ ਹੋਊਗਾ? ਪਲੇ ਸਮ ਮਿਊਜ਼ਿਕ ਨਹੀਂ, ਸਰਪ੍ਰਾਈਜ਼ ਵਨ ਸੈਲਫ ਨਹੀਂ, प्रेज वन सेल्फ बिल्कुल। सो आंसर क्या होगा? ऑप्शन सी। नेक्स्ट क्वेश्चन है ईवनिंग ऑफ लाइफ। ठीक है, ईवनिंग ऑफ लाइफ मतलब शाम का समय थोड़ी लाइफ के विच, ओदा मतलब की है कि ओल्ड एज पहुंच चुके हो तुसी। ओके, सो ईवनिंग ऑफ लाइफ मतलब की होंदा है ओल्ड एज। सो आंसर आएगा ए। नेक्स्ट है वाइल्ड गूज चेज। ठीक है, वाइल्ड गूज चेज ਇਹਦਾ मतलब ਕੀ ਹੁੰਦਾ? ਐਨ ਐਡਮਾਇਰੇਬਲ ਐਂਟਰਪ੍ਰਾਈਜ਼, ਐਨ ਓਨੈਸਟ ਐਫਰਟ, ਅ ਫੁਲਿਸ਼ ਅਨਪ੍ਰੋਫਿਟੇਬਲ ਐਡਵੈਂਚਰ ਜਾਂ ਅ ਪਾਵਰਫੁਲ ਐਫਰਟ। ਇਹਦਾ ਆਨਸਰ ਹੁੰਦਾ ਹੈ ਸੀ, ਦੈਟ ਇਜ਼ ਅ ਫੁਲਿਸ਼ ਅਨਪ੍ਰੋਫਿਟੇਬਲ ਐਡਵੈਂਚਰ। ਇਹ ਈਡੀਅਮ ਦਾ ਮਤਲਬ ਸਮਝਣ ਦੇ ਲਈ ਤੁਸੀਂ ਇੱਕ ਸਿਚੁਏਸ਼ਨ ਇਮੈਜਿਨ ਕਰੋ। ਸਪੋਜ਼ ਕੋਈ ਪਰਸਨ ਹੈ, ਠੀਕ ਹੈ, ਉਹ ਪਰਸਨ ਦਾ ਫੋਨ ਹੈ ਜਿਹੜਾ ਉਹ ਗੁੰਮ ਗਿਆ। ਤਾਂ ਹੁਣ ਅਗਰ ਉਹਦਾ ਫੋਨ ਗੁੰਮ ਗਿਆ ਜਾਂ ਚੋਰੀ ਹੋ ਗਿਆ, ਠੀਕ ਹੈ, ਉਹ ਜਿੰਨਾ ਮਰਜ਼ੀ ਸਰਚ ਕਰੀ ਆਵੇ ਨਹੀਂ ਮਿਲ ਸਕਦਾ ਨਾ ਉਹਨੂੰ। ਤਾਂ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆਪਣੇ ਫੋਨ ਨੂੰ ਲੱਭਣ ਦੀ, ਉਹ ਕੀ ਹੈ? ਇੱਕ ਤਰੀਕੇ ਨਾਲ ਵਾਈਲਡ ਗੂਸ ਚੇਜ਼ ਹੈ। ਮਤਲਬ ਉਹ ਜਿੰਨਾ ਮਰਜ਼ੀ ਐਫਰਟ ਲਗਾਈ ਜਾਵੇ, ਉਹਦਾ ਐਫਰਟ ਜਿਹੜਾ ਉਹ ਵੇਨ 'ਚ ਜਾਊਗਾ। ਅਗਰ ਇੱਕ ਵਾਰ ਫੋਨ ਚੋਰੀ ਹੋ ਗਿਆ ਤਾਂ ਉਹਦਾ ਵਾਪਸ ਮਿਲਣਾ ਬਹੁਤ ਹੀ ਜ਼ਿਆਦਾ ਡਿਫਿਕਲਟ ਹੁੰਦਾ ਹੈ। ਓਕੇ, ਸੋ ਨੈਕਸਟ ਕੀ ਹੈ? ਲੀਪਸ ਐਂਡ ਬਾਉਂਡਸ। ਲੀਪਸ ਐਂਡ ਬਾਉਂਡਸ ਦਾ ਮਤਲਬ ਕੀ ਹੁੰਦਾ? ਸਲੋਲੀ, ਰੈਪਿਡਲੀ, ਜੰਪਿੰਗ ਜਾਂ ਸਟੇਸ਼ਨਰੀ। ਇਹਦਾ ਆਨਸਰ ਹੁੰਦਾ ਬੀ, ਦੈਟ ਇਜ਼ ਰੈਪਿਡਲੀ। ਲੀਪਸ ਐਂਡ ਬਾਉਂਡਸ ਦਾ ਮਤਲਬ ਕੀ ਹੁੰਦਾ ਕਿ ਕੋਈ ਚੀਜ਼ ਬਹੁਤ ਜਲਦੀ ਦੇ। ਠੀਕ ਹੈ, ਹੁਣ ਜਿਵੇਂ ਇਹਦੇ ਲਈ ਇੱਕ ਸੈਂਟੈਂਸ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਤਾਂ ਕਿ ਤੁਹਾਨੂੰ ਮੀਨਿੰਗ ਸਮਝ ਆ ਜੇ। ਐਗਜ਼ਾਮਪਲ ਹੈ ਹਰ ਹੈਲਥ ਇਜ਼ ਇੰਪਰੂਵਿੰਗ ਬਾਈ ਲੀਪਸ ਐਂਡ ਬਾਉਂਡਸ। ਸੋ ਲੀਪਸ ਐਂਡ ਬਾਉਂਡ ਮਤਲਬ ਕੀ ਹੈ ਕਿ ਉਹਦੀ ਜਿਹੜੀ ਹੈਲਥ ਹੈ ਉਹ ਬਹੁਤ ਹੀ ਜਲਦੀ ਦੇ ਵਿੱਚ, ਬਹੁਤ ਰੈਪਿਡਲੀ ਵਧੀਆ ਹੋ ਰਹੀ ਹੈ। ਓਕੇ, ਸੋ ਨੈਕਸਟ ਹੈ ਵੈਟ ਬਿਹਾਈਂਡ ਦ ਈਅਰਸ। ਵੈਟ ਬਿਹਾਈਂਡ ਦ ਈਅਰਸ ਕਿਸੇ ਐਸੇ ਪਰਸਨ ਦੇ ਲਈ ਈਡੀਅਮ ਯੂਜ਼ ਕੀਤਾ ਜਾਂਦਾ ਜਦੋਂ ਆਪਾਂ ਦੱਸਣਾ ਹੋਵੇ ਕਿ ਜਿਹੜਾ ਇਹ ਪਰਸਨ ਹੈ ਉਹ ਕਿਸੇ ਚੀਜ਼ ਦੇ ਵਿੱਚ ਹਲੇ ਨਵਾਂ ਹੈ। ਠੀਕ ਹੈ, ਇਹਨੂੰ ਕੋਈ ਐਕਸਪੀਰੀਅੰਸ ਨਹੀਂ ਹੈ, ਨਵਾਂ ਪਰਸਨ ਹੈ। ਸੋ ਇਹਦਾ ਆਨਸਰ ਕੀ ਹੋਊਗਾ? ਸਕਿਲਫੁਲ ਨਹੀਂ। ਨੈਕਸਟ ਆਪਸ਼ਨ ਹੈ ਯੰਗ ਐਂਡ ਰਿਚ ਵਿਦ ਐਕਸਪੀਰੀਅੰਸ, ਬਿਲਕੁਲ ਨਹੀਂ। ਓਕੇ, ਦੈਨ ਯੰਗ ਐਂਡ ਵਿਦਾਊਟ ਮਚ ਐਕਸਪੀਰੀਅੰਸ ਜਾਂ ਹੀਅਰਿੰਗ ਇੰਪੇਅਰਡ। ਇਹਦਾ ਆਨਸਰ ਆਊਗਾ ਸੀ, ਦੈਟ ਇਜ਼ ਯੰਗ ਐਂਡ ਵਿਦਾਊਟ ਮਚ ਐਕਸਪੀਰੀਅੰਸ। ਓਕੇ, ਉਹਦੇ ਲਈ ਇਹ ਈਡੀਅਮ ਯੂਜ਼ ਕੀਤਾ ਜਾਂਦਾ, ਯਾਦ ਰੱਖਿਓ, ਕਾਫੀ ਇੰਪੋਰਟੈਂਟ ਈਡੀਅਮ ਹੈ। ਸੋ ਨੈਕਸਟ ਹੈ ਟੂ ਬਰੀ ਦ ਹੈਚਟ। ਟੂ ਬਰੀ ਦ ਹੈਚਟ ਮਤਲਬ ਕੀ ਹੈ? ਟੂ ਮੇਕ ਪੀਸ, ਟੂ ਡਿਗ ਦ ਗਰਾਊਂਡ, ਟੂ ਨੈਗੋਸ਼ੀਏਟ, ਟੂ ਮੇਕ ਵॉर। ਇਹਦਾ ਆਨਸਰ ਆਊਗਾ ਟੂ ਮੇਕ ਪੀਸ। ਅਗਰ ਕਿਸੇ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਹੈ, ਠੀਕ ਹੈ, ਉਹ ਦੋਨੋਂ ਆਪਸ 'ਚ ਡਿਸਾਈਡ ਕਰ ਲੈਣ ਕਿ ਜੋ ਵੀ ਸਾਡੇ ਵਿੱਚ ਮੁੱਦੇ ਆ, ਜੋ ਵੀ ਕਾਰਨ ਸਾਡੇ ਵਿੱਚ ਹੈਗੇ ਆ ਲੜਾਈ ਦੇ, ਹੁਣ ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ ਅਤੇ ਹੁਣ ਅਸੀਂ ਫਰੈਂਡਸ ਬਣ ਜਾਂਦੇ ਹਾਂ ਦੁਬਾਰਾ। ਤਾਂ ਉਸ ਸਿਚੁਏਸ਼ਨ ਨੂੰ ਦਿਖਾਉਣ ਦੇ ਲਈ ਆਪਾਂ ਇਹ ਈਡੀਅਮ ਨੂੰ ਯੂਜ਼ ਕਰਦੇ ਹਾਂ ਕਿ ਜਿਹੜੇ ਪੁਰਾਣੇ ਮੁੱਦੇ ਆ ਉਹਨਾਂ ਨੂੰ ਦਬਾਓ ਅਤੇ ਹੁਣ ਫਰੈਂਡਸ ਬਣ ਜਾਓ। ਓਕੇ, ਟੂ ਬਰੀ ਦ ਹੈਚਟ ਮੀਨਸ ਟੂ ਮੇਕ ਪੀਸ। ਉਹ ਤੋਂ ਬਾਅਦ ਨੈਕਸਟ ਹੈ ਮੇਡ ਇਨ ਸਪੀਚ। ਮੇਡ ਇਨ ਸਪੀਚ ਦਾ ਮਤਲਬ ਕੀ ਹੁੰਦਾ? ਫਸਟ ਸਪੀਚ। ਇਹਨੂੰ ਯਾਦ ਹੀ ਰੱਖ ਲਓ, ਕਾਫੀ ਇੰਪੋਰਟੈਂਟ ਈਡੀਅਮ ਹੈ। ਸੋ ਮੇਡ ਇਨ ਸਪੀਚ ਮਤਲਬ ਕੀ ਹੁੰਦਾ? ਫਸਟ ਸਪੀਚ। ਜਦੋਂ ਕਿਸੇ ਦੀ ਫਸਟ ਸਪੀਚ ਹੋਵੇ ਉਹਨੂੰ ਆਪਾਂ ਕੀ ਬੋਲਦੇ ਹਾਂ? ਮੇਡ ਇਨ ਸਪੀਚ। ਓਕੇ, ਸੋ ਆਨਸਰ ਕੀ ਆਊਗਾ? ਬੀ, ਦੈਟ ਇਜ਼ ਫਸਟ ਸਪੀਚ।
आई होप ਅੱਜ ਆਪਾਂ 20 ਈਡੀਅਮਸ ਡਿਸਕਸ ਕੀਤੇ ਸਾਰੇ ਤੁਹਾਨੂੰ ਸਮਝ ਆ ਗਏ ਹੋਣਗੇ। ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕੈਸੀ ਲੱਗੀ ਤੇ ਆਪਣੇ ਸਕੋਰ ਵੀ ਜ਼ਰੂਰ ਦੱਸਿਓ। ਓਕੇ, ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।